Good morning, students. So, now let us start with the reading of the chapter The Diary of a Young Girl by Annie Frank. So, I hope the background of the chapter is clear and you have understood something of the chapter. So, now let us start The Diary of a Young Girl by Annie Frank. So, देखो है ना So, this was initially written in Dutch language and it was later translated into English. सो ਆਪਾਂ ਕੀਤਾ ਹੀ ਹੈ ਕਿ ਐਂਡ ਵਿੱਚ ਬਚਿਆ ਕੌਣ ਸੀ ਸਾਰੀ ਫੈਮਿਲੀ ਚੋਂ ਆਟੋ ਫਰੈਂਕ ਹੂ ਵਾਜ਼ ਦ ਫਾਦਰ ਆਫ ਐਨੀ ਫਰੈਂਕ ਤੇ ਬਾਕੀ ਸਾਰੀ ਫੈਮਿਲੀ ਜਿਹੜੀ ਸੀਗੀ ਦ ਐਂਟਾਇਰ ਫੈਮਿਲੀ ਪੈਰਿਸ਼ਡ in the concentration camps. So only Otto Frank, the father of Annie Frank, survived, and the diary was handed over to him. So when he came back after being in the concentration camps, so when he came back, naturally the whole family was dead. Only he could get the diary of his beloved daughter Annie Frank. So he got it published. ਸੋ ਇਹਨੂੰ ਫਿਰ ਬਾਅਦ ਦੇ ਵਿੱਚ ਪਹਿਲਾਂ ਮੈਂ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਲਾਸਟ ਲੈਕਚਰ 'ਚ ਵੀ ਦੱਸ ਰਹੀ ਸੀਗੀ ਕਿ ਪਹਿਲਾਂ ਜਿਹੜੇ ਦ ਪਬਲਿਸ਼ਰਸ ਵਰ ਨਾਟ ਵੈਰੀ ਕੀਨ ਟੂ ਪਬਲਿਸ਼ ਇਟ ਬਿਕੋਜ਼ ਦੇ ਥੋਟ ਦੈਟ ਇਟ ਵਾਜ਼ ਵੈਰੀ ਡਿਪਰੈਸਿੰਗ ਬਟ ਲੇਟਰ ਔਨ ਇਟ ਵਾਜ਼ ਪਬਲਿਸ਼ਡ ਐਂਡ ਇਟ went on to become a bestseller, you may say, or it went on to become the most widely read book. ਸੋ ਪਹਿਲਾਂ ਡੱਚ ਲੈਂਗੁਏਜ ਵਿੱਚ ਸੀਗੀ ਫਿਰ ਇਹ ਬਾਅਦ ਦੇ ਵਿੱਚ ਟਰਾਂਸਲੇਟ ਕੀਤੀ ਗਈ ਐਂਡ ਹੂ ਟਰਾਂਸਲੇਟਡ ਇਟ ਸੋ ਦੇਖੋ ਇਹਨੂੰ ਉੱਪਰ ਹੀ ਲਿਖਿਆ ਹੋਇਆ ਇਟ ਵਾਜ਼ ਟਰਾਂਸਲੇਟਡ ਬਾਏ BM ਮੁਆਟ DD ਸੋ ਹੁਣ ਥੋੜ੍ਹਾ ਜਿਹਾ ਆਪਾਂ ਇੰਟਰੋਡਕਸ਼ਨ ਦੁਬਾਰਾ ਦੇਖ ਲੈਂਦੇ ਹਾਂ ਸੋ ਪਹਿਲਾਂ ਉਹ ਵਾਲੇ ਆਈ ਹੋਪ ਜਿਹੜਾ ਪਿਛਲਾ ਲੈਕਚਰ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਿਆ ਹੈਗਾ ਸੁਣਿਆ ਦੇਖੋ ਇਹਨੂੰ ਹੁਣ ਐਨੀ ਫਰੈਂਕ 1929 to 1945 was a teen-aged Jewish girl whose family lived in Holland where her father was in business. So when this diary starts, what we see that Annie Frank along with her family is living in Holland. So they initially the family was a native of Germany. So ਪਹਿਲਾਂ Germany ਸੀਗੇ ਪਰ when ਇਹ ਆਪਾਂ ਪਿਛਲੇ ਲੈਕਚਰ 'ਚ ਵੀ ਡਿਸਕਸ ਕੀਤਾ ਕਿ ਵੈਨ ਹਿਟਲਰ ਕੇਮ ਇਨਟੂ ਪਾਵਰ ਸੋ ਦ ਫੈਮਿਲੀ ਸ਼ਿਫਟਿਡ ਟੂ ਹਾਲੈਂਡ ਸੋ ਇਹ ਕਦੋਂ ਹੋਇਆ ਹੋਊਗਾ ਜਦੋਂ ਵੈਨ ਐਨੀ ਵਾਜ਼ ਵੈਰੀ ਸਮਾਲ ਬਿਕੋਜ਼ ਹਿਟਲਰ ਕੇਮ ਇਨਟੂ ਪਾਵਰ ਇਨ 1933 ਸੋ ਫਿਰ ਇਹ ਦੈਨ ਦਿਸ ਫੈਮਿਲੀ ਸ਼ਿਫਟਿਡ ਟੂ ਹਾਲੈਂਡ ਸੋ ਇਹ ਉੱਥੇ ਰਹਿ ਰਹੇ ਸੀਗੇ ਸੋ ਫਾਦਰ ਬਿਜ਼ਨਸ ਕਰ ਰਿਹਾ ਸੀਗਾ ਐਂਡ ਦ ਫੈਮਿਲੀ ਵਾਜ਼ ਅ ਪ੍ਰੋਸਪਰਸ ਵਨ ਅ ਰਿਚ ਵਨ ਸੋ ਫਿਰ ਪ੍ਰੋਬਲਮ ਕਦੋਂ ਸ਼ੁਰੂ ਹੋਈ ਜਦੋਂ ਜਰਮਨਸ ਨੇ ਹਾਲੈਂਡ ਦੇ ਉੱਪਰ ਕਬਜ਼ਾ ਕਰ ਲਿਆ ਸੋ ਜਰਮਨਸ ਤੋਂ ਬਚਦੇ ਹੋਏ ਜਰਮਨੀ ਦੇ ਚਾਂਸਲਰ ਹਿਟਲਰ ਤੋਂ ਬਚਦੇ ਹੋਏ ਵਿਚਾਰੇ ਕਿਉਂਕਿ ਹਿਟਲਰ ਵਾਜ਼ ਵੈਰੀ ਮਚ ਐਂਟੀ ਜਿਊਜ਼ ਸੋ ਉੱਥੋਂ ਬਚਦੇ ਹੋਏ ਵਿਚਾਰੇ ਕਿੱਥੇ ਆਏ ਸੀਗੇ they had come to Holland. This family had come to Holland and it had settled down there. ਪਰ ਇਹਨਾਂ ਦੀ ਬੈਡ ਲੱਕ ਕੀ ਸੀਗੀ ਕਿ ਫਿਰ ਜਰਮਨਸ ਨੇ ਹਿਟਲਰ ਨੇ ਫਿਰ ਕਿਹਦੇ ਉੱਤੇ ਕਬਜ਼ਾ ਕਰ ਲਿਆ ਹਾਲੈਂਡ ਦੇ ਉੱਪਰ ਐਂਡ ਦ ਬੈਡ ਟਾਈਮਸ ਆਫ ਦ ਫੈਮਿਲੀ ਸਟਾਰਟਡ ਦੇਖੋ ਇਹਨੂੰ ਹੁਣ ਸੈਕਿੰਡ ਲਾਈਨ ਹੀ ਦੇਖੋ ਸੋ ਵੈਨ ਦ ਜਰਮਨਸ ਆਕਿਊਪਾਈਡ ਹਾਲੈਂਡ ਇਨ ਦ 1940s. Due to their anti-Jewish policy, the Jews there were arrested, tortured and put in concentration camps. Okay, so ਜਦੋਂ ਫਿਰ ਜਰਮਨੀ ਨੇ ਹਾਲੈਂਡ ਦੇ ਉੱਪਰ ਕਬਜ਼ਾ ਕਰ ਲਿਆ ਤਾਂ ਫਿਰ ਜਿੱਥੋਂ ਇਹ ਬਚਦੇ ਆਏ ਸੀ ਵਿਚਾਰੇ ਸੋ ਉਹਦਾ ਹੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਔਰ ਜਿਹੜਾ ਜਰਮਨੀ ਸੀਗਾ ਇਟ ਵਾਜ਼ ਵੈਰੀ ਮਚ ਐਂਟੀ ਜਿਊਜ਼ ਔਰ ਇੱਥੇ ਫਿਰ ਨੈਚੁਰਲੀ ਹਾਲੈਂਡ ਦੇ ਜਿਊਜ਼ ਦੇ ਜਿਹੜੇ ਬੁਰੇ ਦਿਨ ਸੀਗੇ ਉਹ ਵੀ ਸ਼ੁਰੂ ਹੋ ਗਏ ਸੋ ਦੇ ਵਰ ਅਰੈਸਟਡ tortured and put in concentration camps. So concentration camps का मतलब भी ਸੀਗਾ it was another name for death camps ਕਿ ਉੱਥੇ ਇੰਨੀ ਜ਼ਿਆਦਾ ਇਹਨਾਂ ਨੂੰ ਇਨਹਿਊਮਨ ਕੰਡੀਸ਼ਨਸ ਵਿੱਚ ਰੱਖਿਆ ਜਾਂਦਾ ਸੀ ਇਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਕਿ ਇਹ ਵਿਚਾਰੇ ਜਿਹੜੇ ਸੀਗੇ ਇਹ ਖਤਮ ਹੋ ਜਾਂਦੇ ਸੀਗੇ ਸੋ ਔਰ ਸੋ ਦਿਸ ਵੀ ਡਿਸਕਸਡ ਇਨ ਦ ਅਰਲੀਅਰ ਚੈਪਟਰ ਆਲਸੋ ਕਿ ਇਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਐਕਸਪੈਰੀਮੈਂਟਸ ਕੀਤੇ ਜਾਂਦੇ ਸੀਗੇ ਦੇ ਵਰ ਪੁੱਟ ਇਨ ਟੂ ਗੈਸ ਚੈਂਬਰਸ ਆਲਸੋ ਉੱਥੇ ਗੈਸ ਛੱਡੀ ਜਾਂਦੀ ਸੀਗੀ ਐਂਡ ਦੇ ਡਾਈਡ ਸੋ ਦੇਖੋ ਇਹਨੂੰ ਹੁਣ
सो फिर की होया देखो, सो जदों हिटलर उत्थों का भी राजा बन गया, कित्थों का, हॉलैंड का, फिर फैमिली के माड़े दिन जोड़े सीगे शुरू हो गए। एनी इन हर डायरी विच शी अफेक्शनेटली कॉल्ड किटी रिकॉर्डिड हर फैमिली मैंबर्स ट्रबल्ड एक्सपीरियंसिस वाइल दे वर इन हाइडिंग। सो पहला जी फैमिली सी इट वॉज लीडिंग अ वेरी नॉर्मल लाइफ, पर जो जर्मनी ने कब्जा कर लिया वो उपर, तो फिर की हो गया, द फैमिली हैड टू गो इन टू हाइडिंग। इन्होंने छुपना पिया अपन जाना बचाने वास्ते। सो ने पूरी रिकॉर्ड किया एक डायरी दे विच कि साडे की तजर्बे होए जदों वो हाइडिंग दे विच सी। सो देखो हुण अगला पैरा, हर डायरी एंट्रीज विविडली पोर्ट्रे द मिजरेबल लाइफ लैड बाय द जूस अंडर द नाजी रजीम। ठीक है, सो नाजी पार्टी किहदी सीगी, हिटलर दी। सो जदों नाजी रजीम सीगा, रजीम की हुंदा राज, सो उन्हां दे राज दे विच जिहड़ा इन्हां नूं माड़े हालां दे विचों दी गुजरना पिया, लुकी हुई सी सारी फैमिली। और असी ये भी देख चुके हैं कि फिर आफ्टर 25 मंथ्स ऑफ हाइडिंग जिहड़ी फैमिली सीगी ये फड़ी गई, और उस तो बाद फिर इन्हां नूं अलग अलग कॉन्सनट्रेशन कैंप्स दे विच बच्चों नूं अलग च भेज दिता गया, मदर नूं अलग विच भेज दिता गया, फादर नूं अलग दे विच, एंड अल्टीमेटली द होल फैमिली वॉज किल्ड एक्सैप्ट फॉर द फादर। जिहड़ा ऑटो फ्रैंक सीगा सिर्फ वही बचा सी पूरी फैमिली चों। सो देखो इन्हूं हुण द फॉलोइंग एक्सर्प्ट्स आर फ्रॉम द डायरी ऑफ अ यंग गर्ल। सो आपां थोड़े जे विचों दी करांगे पोर्शनस। एनी फ्रैंक रोट इट इन डच, सो डच लैंग्वेज विच उन्हें लिखिया सीगा, एंड इट वॉज लेटर ट्रांसलेटेड इन टू इंग्लिश बाय BM मोआर्ट डबलडे। ठीक है, सो हुण इनू देखो, लिस्ट ऑफ नेम्स मैनशनड इन द टैक्सट मिस्टर वैंडान। सो ये की है वाले जोड़े नेम्स विच आएंगे, फिर एक तो एनी फ्रैंक की अपनी फैमिली है, पर कुछ होर है जिस तरह के एक करैक्टर का नाम है मिस्टर वैंडान। सो ये कौन है, एनीज फादर्स फ्रेंड। सो ये कौन सीगा, ये एनी दे फादर दा फ्रेंड सीगा। हैरी वॉज द नेम ऑफ एनीज फ्रेंड। एंड दैन मार्गट कौन सी, शी वॉज एनीज एल्डर सिस्टर, ਉਹਦੀ ਵੱਡੀ भैन का नाम सी। मिस्टर कूफियस कौन सीगा, एनीज फादर्स बिजनेस पार्टनर। ठीक है, सो ये फादर का जोड़ा बिजनेस विच पार्टनर सीगा, भाईवाल सीगा, उसका नाम की सी, मिस्टर कूफियस। दैन मीप कौन है, एनीज फादर्स बिजनेस पार्टनर एंड अ फैमिली फ्रेंड। सो मीप कौन सी, शी वॉज अ नॉन ज्यू, और ये भी एनी दे फादर की बिजनेस पार्टनर सी और फैमिली दे बहुत ही नेड़े सी। हैंक वैन सेंटन मीप्स न्यू हसबैंड। सो एक होर करैक्टर आता, वह नाम की है, हैंक वैन सेंटन। ये कौन है, ये मीप का हसबैंड है। पीटर मिस्टर वैन डांस सन। ठीक है, सो एक होर करैक्टर आता पीटर। सो ये नाम ही आएंगे ज़्यादा, सो दे वो डायरी दे विच नाम आएंगे। सो पीटर कौन सी, मिस्टर वैन डांस सन। वैन डान कौन सीगा, एनी दे फादर दा फ्रेंड। सो एली एंड क्रेलर इंप्लॉइज इन एनीज फादर्स बिजनेस। ठीक है, सो ये उन्होंने इंप्लॉइज सीगे, इन्हों दे अंडर काम करते सीगे एनी दे। सो इन्होंने जो ये छुपी सी फैमिली, वो भी कित्थे छुपी सी, जी इन्हों दी वर्क प्लेस सी, वो नाल ही खुफिया बिल्डिंग सी। ठीक है, सो उत्थे इस फैमिली ने शरण ली सी। ठीक है, सो पर फिर फड़े गए सी आफ्टर 25 मंथ्स। सो इनू देखो हुण, सो लेट अस स्टार्ट नाउ विद द चैप्टर वैनसडे 8 जुलाई 1942। सो डायरी राइटिंग दे विच की हुंदा है, एंट्रीज कीतियां जांदियां, क्लीयर विद डेट्स। ठीक है, सो इत्थे भी जिहड़ी पहली असी एंट्री पढ़ांगे इहदे विच ओह कदों हैगी है, इट वॉज रिटन बाय एनी ऑन 8 जुलाई वैनसडे एंड द ईयर वॉज 1942। ठीक है, सो हुण इहनूं देखो उन्हें पहली जिहड़ी इहदे विच असी जिहड़ी एंट्री पढ़न जा रहे हैं। सो डियर किटी, ईयर सीम्ड टू हैव पासड बिटवीन संडे एंड नाउ। सो किटी वो किनू कहती अपनी डायरी नूं, देखो ईयर सीम टू हैव पासड बिटवीन संडे एंड नाउ। सो की कहती है कि मैं ये डायरी बेशक वैनसडे नूं लिख रही हाँ, बट आई फील एज इफ अ लॉट ऑफ टाइम हैज़ पासड। इसका मतलब कि समथिंग वेरी इंपॉर्टेंट हैज़ हैपनड, जिदे करके उन्होंने की लगता है कि कई चीज़ां हो गई, पता नहीं कितना ही टाइम हो गया संडे तो लैके हुण तक। ठीक है, सो जो कोई बहुत ज़्यादा कोई तुहानूं
ਖਬਰ ਹਿਲਾਉਣ ਵਾਲੀ ਮਿਲਦੀ ਹੈ। ਫਿਰ ਕੀ ਹੁੰਦਾ, ਫਿਰ ਜਿਹੜਾ ਯੂ ਲੂਜ਼ ਦ ਪਰਸਪੈਕਟਿਵ ਆਫ ਟਾਈਮ, ਤੁਹਾਡਾ ਜਿਹੜਾ ਟਾਈਮ ਦਾ ਐਗਜ਼ੈਕਟ ਅਸੈਸਮੈਂਟ ਹੈਗੀ ਹੈ ਉਹ ਕੀ ਹੋ ਜਾਂਦੀ ਹੈ, ਥੋੜ੍ਹੀ ਹਿਲ ਜਾਂਦੀ ਹੈ। ਸੋ ਇਹਦੇ ਵਿੱਚ ਮੈਨੂੰ ਹੁਣ ਕੀ ਲੱਗਦਾ ਕਿ ਜਿੱਦਾਂ ਪਤਾ ਨਹੀਂ ਕਿੰਨੇ ਹੀ ਦਿਨ ਬੀਤ ਗਏ ਸੰਡੇ 'ਤੇ ਹੁਣ ਤੱਕ, ਕਿਉਂਕਿ ਇੰਨੀਆਂ ਚੀਜ਼ਾਂ ਹੋ ਗਈਆਂ। ਸੋ ਦੇਖੋ ਇਹਨੂੰ, ਸੋ ਮਚ ਹੈਜ਼ ਹੈਪਨਡ। ਸੋ ਸੰਡੇ ਨੂੰ ਕੁਛ ਇਹੋ ਜਿਹੀ ਗੱਲ ਹੋਈ ਕਿ ਉਸ ਤੋਂ ਬਾਅਦ ਉਹਨੂੰ ਕੀ ਲੱਗਦਾ ਕਿ ਉਹਨਾਂ ਦੀ ਲਾਈਫ ਹੀ ਬਦਲ ਗਈ। ਸੋ ਮਚ ਹੈਜ਼ ਹੈਪਨਡ, ਇਟ ਇਜ਼ ਜਸਟ ਐਜ਼ ਇਫ ਦ ਹੋਲ ਵਰਲਡ so let me find, yes, so this is page number 102. It is as if the whole world had turned upside down. So जिस तरह कि साढ़े वास्ते तो सब कुछ ही उलट पलट हो गया। so की होया होगा देखो, so we can easily guess के कुछ ਜਿਹੜੀ ਫੈਮਿਲੀ ਬੜੇ ਮਜ਼ੇ ਨਾਲ ਰਹਿ ਰਹੀ ਸੀ, ਆਰਾਮ ਦੇ ਨਾਲ ਰਹਿ ਰਹੀ ਸੀ, ਬਿਕੋਜ਼ ਜੂਜ਼ ਵਰ ਰਿਲੇਟਿਵਲੀ ਰਿਚ ਪੀਪਲ। ਯਸ, ਪਰ ਇਹਨਾਂ ਨੂੰ ਬਸ ਇਹਨਾਂ ਦੀ ਪ੍ਰੋਬਲਮ ਕੀ ਸੀਗੀ ਕਿ ਯੂਰਪ ਦੇ ਵਿੱਚ ਜਿਹੜੇ ਰੂਲਰ ਸੀਗੇ ਕਈ ਇਹਨਾਂ ਦੇ ਮਗਰ ਪਏ ਹੋਏ ਸੀਗੇ। ਸੋ ਦੇ ਵਰ ਲੀਡਿੰਗ ਅ ਵੈਰੀ ਨੋਰਮਲ ਲਾਈਫ, ਪਰ ਸੰਡੇ ਨੂੰ ਕੁਛ ਇਹੋ ਜਿਹਾ ਹੋਇਆ ਜਿਹਦੇ ਨਾਲ ਕਿ ਇਹਨਾਂ ਦੀ ਜਿਹੜੀ ਲਾਈਫ ਸੀ ਟਰਨਡ ਅਪਸਾਈਡ ਡਾਊਨ। ਬਟ ਆਈ ਐਮ ਸਟਿਲ ਅਲਾਈਵ ਕਿੱਟੀ ਐਂਡ ਦੈਟ ਇਜ਼ ਦ ਮੇਨ ਥਿੰਗ ਡੈਡੀ ਸੇਜ਼। ਪਰ ਉਹ ਕੀ ਕਹਿੰਦੀ ਹੈ ਕਿ ਚਲੋ ਮੇਨ ਥਿੰਗ ਕੀ ਹੈਗੀ, ਦੈਟ ਆਈ ਐਮ ਸਟਿਲ ਅਲਾਈਵ, ਕਿ ਮੈਂ ਹਾਲੇ ਵੀ ਜੀਂਦੀ ਹਾਂ। ਐਂਡ ਦੈਟ ਇਜ਼ ਦ ਮੇਨ ਥਿੰਗ ਡੈਡੀ ਸੇਜ਼, yes I am still alive indeed but don't ask where or how। ਸੋ ਕਹਿੰਦੀ ਹੈ ਕਿ ਹਾਂ ਮੈਂ ਜੀਂਦੀ ਹੈਗੀ ਹਾਂ, ਮੈਂ ਜ਼ਿੰਦਾ ਹਾਂ, ਪਰ ਇਹ ਨਾ ਪੁੱਛੋ ਕਿ ਕਿੱਥੇ ਅਤੇ ਕਿਸ ਤਰ੍ਹਾਂ। You won't understand a word, so I will begin by telling you what happened on Sunday afternoon। ਸੋ ਕਹਿੰਦੀ ਉੱਦਾਂ ਤਾਂ ਡਾਇਰੀ ਨੂੰ ਕਹਿ ਰਹੀ ਹੈ, she is addressing her diary, that you will not understand a word। ਸੋ ਮੈਂ ਹੁਣ ਸਾਰਾ ਕੁਝ ਦੱਸਦੀ ਹਾਂ ਕਿ ਸੰਡੇ ਆਫਟਰਨੂਨ ਨੂੰ ਆਖਿਰ ਹੋਇਆ ਕੀ ਸੀ, ਜਿਹਨੇ ਕਿ ਸਾਡੀ ਸਾਰੀ ਲਾਈਫ ਜਿਹੜੀ ਸੀਗੀ ਉਹ ਅਪਸੈਟ ਕਰ ਦਿੱਤੀ। At 3 o'clock Harry had just gone but was coming back later। so who was Harry? Harry was her friend। ਸੋ ਕੀ ਕਹਿੰਦੀ ਹੈ ਕਿ ਦੁਪਹਿਰ ਦੇ 3 ਵਜੇ ਸੀਗੇ। ਸੋ ਹੈਰੀ ਗਿਆ ਹੀ ਸੀਗਾ ਜਦੋਂ ਕੀ ਹੋਇਆ, ਸਮਵਨ ਰੈਂਗ ਦ ਫਰੰਟ ਡੋਰ ਬੈਲ, ਜਦੋਂ ਦਰਵਾਜ਼ੇ ਦੀ ਘੰਟੀ ਵੱਜੀ। I was lying lazily reading a book on the veranda in the sunshine, so didn't hear it। ਸੋ ਕੀ ਕਹਿੰਦੀ ਹੈ, ਕਿਉਂਕਿ ਮੈਂ ਆਰਾਮ ਦੇ ਨਾਲ ਵਰਾਂਡਾ ਦੇ ਵਿੱਚ ਧੁੱਪ ਦੇ ਵਿੱਚ ਬੈਠੀ ਹੋਈ ਸੀਗੀ, ਸੋ ਮੈਨੂੰ ਬੈਲ ਸੁਣਾਈ ਨਹੀਂ ਦਿੱਤੀ। A bit later Margaret appeared at the kitchen door looking very excited। ਸੋ ਕੀ ਕਹਿੰਦੀ ਹੈ, ਥੋੜ੍ਹੀ ਦੇਰ ਬਾਅਦ ਹੀ ਕੀ ਹੋਇਆ ਕਿ ਮੇਰੀ ਵੱਡੀ ਭੈਣ ਜਿਹੜੀ ਸੀਗੀ ਉਹ ਮੇਰੇ ਕੋਲ ਆਈ। ਸੋ she appeared at the kitchen door। The SS have sent a call-up notice for daddy, she whispered। ਸੋ SS ਕੀ ਹੈਗੀ, SS is the secret police, ਜਿਹੜੀ ਕਿ ਜਰਮਨੀ ਦੀ ਸੀਕਰੇਟ ਪੁਲਿਸ ਸੀਗੀ। ਦੇਖੋ ਇਹਨੂੰ ਹੁਣ ਪੇਜ ਨੰਬਰ 107 ਦੇ ਉੱਪਰ ਗਲੋਸਰੀ ਵਿੱਚ ਦੇਖੋ। ਸੋ ਇਹ ਕੀ ਸੀ, ਦ ਮਿਲਟਰੀ ਪੁਲਿਸ ਆਫ ਦ ਜਰਮਨ ਨਾਜ਼ੀ ਪਾਰਟੀ। ਸੋ ਨਾਜ਼ੀ ਪਾਰਟੀ ਕਿਹੜੀ ਸੀ, ਜਿਹੜੀ ਕਿ ਹਿਟਲਰ ਦੀ ਪਾਰਟੀ ਸੀਗੀ। ਸੋ ਜਿਸ ਤਰ੍ਹਾਂ ਕਾਂਗਰਸ ਪਾਰਟੀ ਹੈਗੀ ਹੈ, BJP ਪਾਰਟੀ, ਉਸੇ ਤਰ੍ਹਾਂ ਦੇ ਨਾਲ ਹਿਟਲਰ ਜਿਹੜਾ ਰੂਲਰ ਸੀਗਾ ਜਰਮਨੀ ਦਾ, ਉਹਦੀ ਪਾਰਟੀ ਕਿਹੜੀ ਸੀ, ਨਾਜ਼ੀ ਪਾਰਟੀ। ਠੀਕ ਹੈ, ਸੋ ਇਹ ਨਾਜ਼ੀ ਪਾਰਟੀ ਦੀ ਮਿਲਟਰੀ ਪੁਲਿਸ ਸੀਗੀ। ਠੀਕ ਹੈ, ਸੋ ਕੀ ਕਹਿੰਦੀ ਹੈ ਜਿਹੜੀ, ਸੋ what does her sister tell, that SS ਜਿਹੜੀ ਸੀਕਰੇਟ ਪੁਲਿਸ ਹੈ ਉਹਨਾਂ ਨੇ ਇੱਕ ਕਾਲ-ਅਪ ਨੋਟਿਸ ਡੈਡੀ ਨੂੰ ਭੇਜਿਆ। ਠੀਕ ਹੈ, ਸੋ ਕਾਲ-ਅਪ ਨੋਟਿਸ ਦਾ ਮਤਲਬ ਕੀ ਹੈ ਕਿ ਪੇਸ਼ ਹੋਣ ਵਾਸਤੇ ਇੱਕ ਸਮਨ ਆਏ, ਜਿਹੜੇ ਕਿ ਕਿਹਨੂੰ ਆਏ ਹੈ, ਦ ਹੈਡ ਆਫ ਦ ਫੈਮਿਲੀ, ਜਿਹੜੇ ਇਹਨਾਂ ਦੇ ਫਾਦਰ ਹੈਗੇ, ਉਹਨਾਂ ਵਾਸਤੇ SS ਨੇ ਇੱਕ ਨੋਟਿਸ ਭੇਜਿਆ ਕਿ ਸਾਡੇ ਸਾਹਮਣੇ ਆ ਕੇ ਪੇਸ਼ ਹੋਵੋ। ਕਾਲ-ਅਪ ਨੋਟਿਸ ਦਾ ਮਤਲਬ ਹੀ ਕੀ ਹੈ ਕਿ ਸਾਡੇ ਸਾਹਮਣੇ ਆ ਕੇ ਪੇਸ਼ ਹੋਵੋ। ਸ਼ੀ ਵਿਸਪਰਡ, ਮੰਮੀ ਹੈਜ਼ ਗੋਨ ਟੂ ਸੀ ਮਿਸਟਰ ਵੈਨ ਡਾਨ ਆਲਰੇਡੀ। ਸੋ ਕੀ ਕਹਿੰਦੀ ਹੈ ਕਿ ਹੁਣੀ ਸਮਨਸ ਆਇਆ ਹੈ ਔਰ ਆਲਰੇਡੀ ਜਿਹੜੀ ਮਦਰ ਹੈਗੀ ਹੈ ਉਹ ਆਲਰੇਡੀ ਮਿਸਟਰ ਵੈਨ ਡਾਨ ਨੂੰ ਮਿਲਣ ਚਲੀ ਗਈ ਹੈ, ਕਿਉਂਕਿ ਹੁਣ ਫੈਮਿਲੀ ਨੂੰ ਕੀ ਸਮਝ ਆ ਗਈ ਸੀ ਕਿ ਮੁਸੀਬਤ ਆ ਰਹੀ ਹੈ। ਇਹਦਾ ਮਤਲਬ ਕੀ ਹੈਗਾ ਕਿ ਅਸੀਂ ਕਿਹਨਾਂ ਦੀਆਂ ਨਜ਼ਰਾਂ ਵਿੱਚ ਆ ਚੁੱਕੇ ਹਾਂ, ਨਾਜ਼ੀਜ਼ ਦੀਆਂ ਨਜ਼ਰਾਂ ਵਿੱਚ ਆ ਚੁੱਕੇ ਹਾਂ। ਸੋ ਇਸ ਕਰਕੇ ਹੁਣ ਮਾੜੇ ਦਿਨ ਸ਼ੁਰੂ ਹੋ ਗਏ। ਸੋ ਇਸ ਕਰਕੇ ਉਹ ਕੀ ਕਹਿੰਦੀ ਹੈ ਕਿ ਵੈਨ ਡਾਨ ਨੂੰ ਆਲਰੇਡੀ ਮੰਮੀ ਮਿਲਣ ਚਲੇ ਗਈ ਹੈ। ਵੈਨ ਡਾਨ ਇਜ਼ ਅ ਫਰੈਂਡ ਹੂ ਵਰਕਸ ਵਿਦ ਡੈਡੀ ਇਨ ਦ ਬਿਜ਼ਨਸ।
It was a great shock to me. A call up. So कहंदी एकदम सुन के मेरे होश गुम हो गए. क्लियर कि एक कॉल अप नोटिस आ गया है. Everyone knows what that means. So हर एक ਨੂੰ ਪਤਾ ਹੈ ਕਿ ਕॉल ਅਪ ਨੋਟਿਸ ਦਾ ਮੀਨਿੰਗ ਕੀ ਹੈਗਾ. ਇਹਦਾ ਮਤਲਬ ਕੀ ਹੈਗਾ ਦੇਖੋ. I picture concentration camps and lonely cells. ਸੋ ਇੱਕਦਮ ਉਹਦੀ I picture ਦਾ ਮਤਲਬ ਹੀ ਕੀ ਹੈ, ਇੱਕਦਮ ਮੇਰੀ ਇਮੈਜੀਨੇਸ਼ਨ ਦੇ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਕੀ ਆ ਗਏ, ਕੌਨਸੈਂਟਰੇਸ਼ਨ ਕੈਂਪਸ ਆ ਗਏ, ਲੋਨਲੀ ਸੈਲਸ. ਸੈਲਸ ਕੀ ਹੁੰਦੇ? ਸੈਲਸ ਇਜ਼ ਅ ਨੈਰੋ ਰੂਮ ਜਿਹੜੀ ਜਿੱਥੇ ਕਿ ਕਿਸੇ ਅਪਰਾਧੀ ਨੂੰ ਰੱਖਿਆ ਜਾਂਦਾ ਹੈਗਾ, ਕੋਠਰੀ ਜਿਹਨੂੰ ਆਪਾਂ ਕਹਿੰਦੇ ਹਾਂ. ਸੋ ਉਹਨੂੰ ਇੱਕਦਮ ਅੱਖਾਂ ਦੇ ਅੱਗੇ ਕੀ ਘੁੰਮਣ ਲੱਗ ਪਏ ਕਿ ਹੁਣ ਜੇ ਡੈਡੀ ਨੂੰ ਇਹ ਨੋਟਿਸ ਆਇਆ, ਇਹਦਾ ਮਤਲਬ ਕਿ ਹੁਣ ਫੈਮਿਲੀ ਦੇ ਮਾੜੇ ਦਿਨ ਹੈ. ਜਿਹਨੂੰ ਵੀ ਇਹ ਨੋਟਿਸ ਆਉਂਦਾ ਉਹਨੂੰ ਫਿਰ ਕਿੱਥੇ ਭੇਜ ਦਿੱਤਾ ਜਾਂਦਾ? ਕੌਨਸੈਂਟਰੇਸ਼ਨ ਕੈਂਪਸ ਦੇ ਵਿੱਚ, ਜਿੱਥੇ ਕਿ ਉਹਨੂੰ ਇਕੱਲੇ ਕਾਲ ਕੋਠਰੀ ਦੇ ਵਿੱਚ ਰੱਖਿਆ ਜਾਂਦਾ. ਲੋਨਲੀ ਸੈਲਸ. ਲੋਨਲੀ ਦਾ ਮਤਲਬ ਹੀ ਕੀ ਹੈ ਕਿ ਇਕੱਲੇ ਰੱਖਿਆ ਜਾਂਦਾ. ਇਹ ਸੋ ਵੀ ਇੱਕ ਤਰ੍ਹਾਂ ਦੀ ਪਨਿਸ਼ਮੈਂਟ ਹੈ. ਸ਼ੁੱਡ ਵੀ ਅਲਾਓ ਹਿਮ ਟੂ ਬੀ ਡੂਮਡ ਟੂ ਹਿਸ. ਸੋ ਇੱਕਦਮ ਕੀ ਮਨ 'ਚ ਆਇਆ ਕਿ ਅਸੀਂ ਕਿੱਦਾਂ ਫਾਦਰ ਨੂੰ ਜਾਣ ਦਈਏ, ਕਿ ਕਿਸ ਤਰ੍ਹਾਂ ਅਸੀਂ ਉਹਨੂੰ ਉੱਥੇ ਭੇਜ ਦਈਏ ਕਾਲ ਅਪ ਨੋਟਿਸ ਦਾ ਆਨਸਰ ਦੇਣ ਵਾਸਤੇ, ਕਿ ਜਿੱਥੇ ਸਾਨੂੰ ਅੱਗੇ ਪਤਾ ਹੀ ਹੈ ਕਿ ਉਹਨੂੰ ਕਿੱਥੇ ਭੇਜਿਆ ਜਾਏਗਾ ਫਾਦਰ ਨੂੰ, ਕੌਨਸੈਂਟਰੇਸ਼ਨ ਕੈਂਪਸ ਐਂਡ ਲੋਨਲੀ ਸੈਲਸ ਦੇ ਵਿੱਚ. ਅਫ ਕੋਰਸ ਹੀ ਵੋਂਟ ਗੋ, ਡਿਕਲੇਅਰਡ ਮਾਰਗਟ ਵਾਈਲ ਵੀ ਵੇਟਿਡ ਟੂਗੈਦਰ. ਸੋ ਮਾਰਗਟ ਜਿਹੜੀ ਵੱਡੀ ਭੈਣ ਸੀ ਉਹਨੇ ਫਿਰ ਇਹਨੂੰ ਹੌਸਲਾ ਦਿੱਤਾ ਕਿ ਫਾਦਰ ਨੂੰ ਅਸੀਂ ਜਾਣ ਹੀ ਨਹੀਂ ਦੇਣਾ ਉੱਥੇ. ਸੋ ਮੰਮੀ ਹੈਜ਼ ਗੋਨ ਟੂ ਦ ਬੈਂਡ ਡਾਂਸ ਟੂ ਡਿਸਕਸ ਵੈਦਰ ਵੀ ਸ਼ੁੱਡ ਮੂਵ ਇਨ ਟੂ ਆਵਰ ਹਾਈਡਿੰਗ ਪਲੇਸ ਟੂਮੋਰੋ. ਸੋ ਹੁਣ ਉਹ ਕੀ ਕਹਿੰਦੀ ਹੈ ਕਿ ਉਹ ਫੈਮਿਲੀ ਫਰੈਂਡਸ ਨੂੰ ਮਿਲਣ ਗਏ ਹੈ. ਸੋ ਇਹ ਵਾਲੇ ਫੈਮਿਲੀ ਫਰੈਂਡਸ ਵੀ ਕੀ ਹੈ, ਦੇ ਆਰ ਜਿਊਜ਼. ਸੋ ਇਕੱਠੇ ਸਲਾਹ ਕਰਕੇ ਜਾਣਗੇ. ਸੋ ਕੀ ਕਹਿੰਦੇ ਆ ਕਿ ਅਸੀਂ ਪਹਿਲਾਂ ਤੋਂ ਹੀ ਸੋਚਿਆ ਹੋਇਆ ਕਿ ਅਸੀਂ ਕਿੱਥੇ ਛੁਪਣਾ ਹੈ, ਕਿਉਂਕਿ ਹੁਣ ਉਹਨਾਂ ਨੇ ਥੋੜ੍ਹੀ ਤਿਆਰੀ ਕੀਤੀ ਹੋਈ ਹੈ, ਬਿਕੋਜ਼ ਦੇ ਨੋ ਕਿ ਹੁਣ ਮਾੜਾ ਟਾਈਮ ਆ ਰਿਹਾ. ਸੋ ਕੀ ਕਹਿੰਦੀ ਹੈ ਕਿ ਦ ਮਦਰ ਹੈਜ਼ ਗੋਨ ਟੂ ਮਿਸਟਰ ਵਾਂਡਨ. ਸੋ ਉਹ ਵਾਲੀ ਫੈਮਿਲੀ ਨਾਲ ਕੀ ਡਿਸਕਸ ਕਰਨ ਗਏ ਹੈ ਕਿ ਕੱਲ੍ਹ ਹੀ ਛੁਪ ਜਾਈਏ. ਦ ਵੈਨ ਡਾਂਸ ਆਰ ਗੋਇੰਗ ਵਿਦ ਅਸ ਸੋ ਵੀ ਸ਼ੈਲ ਬੀ 7 ਇਨ ਆਲ. ਸੋ ਕੀ ਕਹਿੰਦੀ ਹੈ ਕਿ ਉਹ ਫੈਮਿਲੀ ਵੀ ਸਾਡੇ ਨਾਲ ਹੀ ਰਹੇਗੀ, ਕਿਉਂਕਿ ਦੋਜ਼ ਆਰ ਆਲਸੋ ਜਿਊਜ਼. ਇਟ ਇਜ਼ ਅ ਜੂਇਸ਼ ਫੈਮਿਲੀ ਜਿਹੜੀ ਵੈਨ ਡਾਨ ਫੈਮਿਲੀ ਹੈ. ਸੋ ਉਹ ਵੀ ਸਾਡੇ ਨਾਲ ਹੋਊਗੀ. ਐਂਡ ਵੀ ਸ਼ੈਲ ਬੀ 7 ਇਨ ਆਲ. ਸੋ ਕਿੱਦਾਂ ਹੋ ਗਏ 7 ਕਿ 4 ਤਾਂ ਜਣੇ ਇਹ ਹੈਗੇ ਆ. ਕੌਣ ਹੈਗੇ ਆ? ਸੋ ਫਾਦਰ, ਮਦਰ ਐਂਡ ਦ 2 ਡਾਟਰਸ. ਅਤੇ 3 ਜਣੇ ਕਿਹੜੀ ਹੈਗੀ ਹੈ? ਵੈਨ ਡਾਨ ਫੈਮਿਲੀ. ਸਾਇਲੈਂਸ. ਸੋ ਫਿਰ ਉਹ ਕਿਉਂਕਿ ਡਰੀਆਂ ਬਹੁਤ ਹੋਈਆਂ ਵਿੱਚ ਚੁੱਪ ਕਰ ਜਾਂਦੀਆਂ. ਮਦਰ ਗਈ ਹੋਈ ਹੈ ਸਲਾਹ ਕਰਨ. ਵੀ ਕੁਡਨਟ ਟਾਕ ਐਨੀ ਮੋਰ, ਥਿੰਕਿੰਗ ਅਬਾਊਟ ਡੈਡੀ who, little knowing what was going on, was visiting some old people in the Jude's invalid, waiting for. ਸੋ ਹੁਣ ਉਹ ਫਾਦਰ ਬਾਰੇ ਸੋਚ ਰਹੀਆਂ ਸੀਗੀਆਂ. ਫਾਦਰ ਨੂੰ ਕਿਸੇ ਚੀਜ਼ ਬਾਰੇ ਇਹਦੇ ਬਾਰੇ ਪਤਾ ਨਹੀਂ ਸੀ, ਕਿਉਂਕਿ ਉਹ ਕਿੱਥੇ ਗਿਆ ਹੋਇਆ ਸੀ? ਉਹ ਕਿਸੇ ਓਲਡ ਏਜ, ਕਿਸੇ ਜੂਡਸ ਇਨਵੈਲਿਡ. ਇਨਵੈਲਿਡ ਦਾ ਮਤਲਬ ਕਿ ਜਿੱਥੇ ਜਿੱਥੇ ਬਿਮਾਰ ਲੋਕਾਂ ਨੂੰ ਰੱਖਿਆ ਜਾਂਦਾ ਹੈ. ਸੋ ਉੱਥੇ ਉਹ ਕੁਛ ਸਮਾਜ ਸੇਵਾ ਕਰਨ ਗਿਆ ਸੀ. ਸੋ ਕੁਛ ਬਜ਼ੁਰਗਾਂ ਨੂੰ ਉੱਥੇ ਮਿਲਣ ਗਿਆ ਹੋਇਆ ਸੀ ਕਿਤੇ ਓਲਡ ਏਜ ਹੋਮ ਦੇ ਵਿੱਚ ਜਾਂ ਕਿਸੇ ਹੌਸਪੀਟਲ ਦੇ ਵਿੱਚ. ਸੋ ਹੀ ਹੈਡ ਗੋਨ ਦੇਅਰ. ਔਰ ਉਹਨੂੰ ਬਿਲਕੁਲ ਨਹੀਂ ਪਤਾ ਸੀ ਕਿ ਪਿੱਛੇ ਘਰ ਦੇ ਵਿੱਚ ਕੀ ਵਾਪਰ ਚੁੱਕਾ. ਸੋ ਵੇਟਿੰਗ ਫॉर ਮੰਮੀ, ਦ ਹੀਟ ਐਂਡ ਸਸਪੈਂਸ ਆਲ ਮੇਡ ਅਸ ਵੈਰੀ ਓਵਰ ਔਡ ਐਂਡ ਸਾਇਲੈਂਟ. ਸੋ ਦੋਨੋਂ ਭੈਣਾਂ ਇਕੱਲੀਆਂ ਸੀ ਘਰ ਦੇ ਵਿੱਚ. ਫਾਦਰ ਨੂੰ ਕੁਛ ਨਹੀਂ ਪਤਾ ਸੀ. ਸੋ ਮਦਰ ਜਿਹੜੀ ਸੀ ਉਹ ਇਮੀਡੀਏਟਲੀ ਚਲੇ ਗਈ ਸੀਗੀ ਦੂਸਰੀ ਫੈਮਿਲੀ ਨੂੰ ਮਿਲਣ ਕਿ ਹੁਣ ਕੀ ਕੀਤਾ ਜਾਏ. ਸੋ ਦੇ ਵਰ ਅਲੋਨ. ਐਂਡ ਹੁਣ ਉਹਨਾਂ ਦਾ ਕੀ ਹਾਲ ਸੀਗਾ? ਦੇ ਵਰ ਵੇਟਿੰਗ ਫॉर ਦੇਅਰ ਮਦਰ. ਦ ਹੀਟ ਐਂਡ ਸਸਪੈਂਸ. ਸੋ ਪਹਿਲਾਂ ਆਪਾਂ ਕੀ ਦੇਖਦੇ ਹਾਂ ਕਿ ਜਿਹੜੀ ਐਨੀ ਹੈ, ਸੋ ਵਰਾਂਡਾ ਦੇ ਵਿੱਚ ਸ਼ੀ ਇਜ਼ ਇੰਜੋਇੰਗ ਦ ਸਨਸ਼ਾਈਨ. ਔਰ ਹੁਣ ਉਹਨੂੰ ਕੀ ਲੱਗਣ ਲੱਗ ਪਿਆ? ਐਜ਼ ਇਫ ਦ ਹੀਟ ਇਜ਼ ਗੈਟਿੰਗ ਟੂ ਮਚ ਫॉर ਹਰ. ਸੋ ਜਸਟ ਇਮੈਜਿਨ ਇਟ ਇਜ਼ ਆਵਰ ਸਟੇਟ ਆਫ ਮਾਈਂਡ. ਸੋ ਹੁਣ ਉਹੀ ਗਰਮੀ ਲੱਗ ਰਹੀ ਆ ਉਹਨੂੰ. ਸੋ ਬੁਰਾ ਹਾਲ ਹੋ ਰਿਹਾ ਹੈ. ਸਸਪੈਂਸ. ਸਸਪੈਂਸ ਦਾ ਮਤਲਬ ਕੀ ਹੁੰਦਾ? ਵੈਨ ਯੂ ਡੂ ਨਾਟ ਨੋ ਵਾਟ ਇਜ਼ ਗੋਇੰਗ ਟੂ ਹੈਪਨ ਨੈਕਸਟ. ਸੋ ਜਿਹੜੀ ਤੁਹਾਡੀ ਮੈਂਟਲ ਸਟੇਟ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਉਦੋਂ ਸਸਪੈਂਸ ਤੁਹਾਨੂੰ ਬਹੁਤ ਮਾਰਦਾ ਹੈਗਾ. ਸੋ ਇਸ ਕਰਕੇ ਦ ਹੀਟ ਐਂਡ ਸਸਪੈਂਸ ਆਲ ਮੇਡ ਅਸ ਵੈਰੀ ਓਵਰ ਔਡ ਐਂਡ ਸਾਇਲੈਂਟ. ਸੋ ਇਹਦੇ ਨਾਲੋਂ ਹੁਣ ਚੁੱਪ ਕਰਕੇ ਬੈਠ ਗਏ ਸੀਗੇ ਕਿ ਕੀ ਕੀਤਾ ਜਾਏ. ਸਡਨਲੀ ਦ ਬੈਲ ਰੈਂਗ ਅਗੇਨ. ਦੈਟ ਇਜ਼ ਹੈਰੀ, ਆਈ ਸੈਟ. ਡੋਂਟ ਓਪਨ ਦ ਡੋਰ. ਮਾਰਗਟ ਹੈਲਡ ਮੀ ਬੈਕ. ਸੋ ਇਹਨੇ ਕੀ ਸੋਚਿਆ ਕਿ ਮੇਰਾ ਫਰੈਂਡ ਆਇਆ ਜਿਹਨੇ ਕਿ ਆਉਣਾ ਸੀ ਹੁਣੀ, ਪਰ ਮਾਰਗਟ ਇੰਨੀ ਡਰੀ ਹੋਈ ਸੀ ਕਿ ਉਹਨੇ ਦਰਵਾਜ਼ਾ ਨਹੀਂ ਖੋਲ੍ਹਣ ਦਿੱਤਾ. ਬਟ ਇਟ ਵਾਜ਼ ਨਾਟ ਨੈਸੈਸਰੀ ਐਜ਼ ਵੀ ਹਰਡ ਮੰਮੀ ਐਂਡ ਮਿਸਟਰ ਵੈਨ ਡਾਨ ਡਾਊਨ ਸਟੇਅਰਸ ਟਾਕਿੰਗ ਟੂ ਹੈਰੀ. ਦੈਨ ਦੇ ਕੇਮ ਇਨ ਐਂਡ ਕਲੋਜ਼ ਦ ਡੋਰ ਬਿਹਾਈਂਡ ਦੈਮ. ਕਲੀਅਰ. ਸੋ ਫਿਰ ਹੁਣ ਮਦਰ ਵੀ ਆ ਗਈ, ਮਿਸਟਰ ਵੈਨ ਡਾਨ ਵੀ ਆ ਗਈ. ਈਚ ਟਾਈਮ ਦ ਬੈਲ ਵੈਂਟ
Margaret or I had to creep softly down to see if it was daddy, not opening the door to anyone else. So ਜਿੰਨੀ ਵਾਰੀ ਵੀ ਬੈਲ ਵੱਜਦੀ ਸੀ ਹੁਣ ਉਹ ਤੁਸੀਂ ਜਸਟ ਇਮੇਜਿਨ ਕਿ ਪਹਿਲਾਂ ਉਹ ਬੜੇ ਆਰਾਮ ਨਾਲ ਸਾਰੀ ਫੈਮਿਲੀ ਬੈਠੀ ਹੋਈ ਸੀ, ਹੁਣ ਕੀ ਹੋ ਗਿਆ, ਇੱਕ the fear is now getting on to them, and it is they are very scared now. So ਹੁਣ ਬਹੁਤ ਡਰ ਗਏ, ਜ਼ਰਾ ਵੀ ਬੈਲ ਵੱਜਦੀ ਹੈ ਤਾਂ ਫਿਰ ਬਹੁਤ ਹੌਲੀ ਹੌਲੀ ਨੀਚੇ ਜਾਂਦੇ ਹੈਗੇ। ਮਾਰਗਟ ਐਂਡ ਆਈ ਵਰ ਸੈਂਟ ਆਊਟ ਆਫ ਦ ਰੂਮ। ਸੋ ਹੁਣ ਇਹਨਾਂ ਦੋਨੋਂ ਬੱਚਿਆਂ ਨੂੰ ਭੇਜ ਦਿੱਤਾ ਗਿਆ ਬਾਹਰ। ਵੈਂਡਾਨ ਵਾਂਟਿਡ ਟੂ ਟਾਕ ਟੂ ਮੰਮੀ ਅਲੋਨ। ਸੋ ਨੈਚੁਰਲੀ ਨਾਓ ਦੇ ਵਰ ਗੋਇੰਗ ਟੂ ਡਿਸਕਸ ਦੇਅਰ ਫਿਊਚਰ ਪਲੈਨਸ। ਔਰ ਬੱਚਿਆਂ ਦੇ ਸਾਹਮਣੇ ਉਹ ਕਿਉਂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਦ ਚਿਲਡਰਨ ਮਾਈਟ ਨਾਟ ਬੀ ਏਬਲ ਟੂ ਕੀਪ ਐਨੀ ਸੀਕ੍ਰੇਟ, ਔਰ ਇਸ ਵੇਲੇ ਉਹਨਾਂ ਵਾਸਤੇ ਸੋ ਇਸ ਕਰਕੇ ਹੁਣ ਉਹ ਬਿਲਕੁਲ ਬੱਚਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਵੇਅਰ ਦੇ ਪਲਾਨ ਟੂ ਹਾਈਡ। Okay, so when we were alone together in our bedroom, Margaret told me that the collop was not for daddy but for her. So ਹੁਣ ਇੱਕ ਹੋਰ ਨਵੀਂ ਚੀਜ਼ ਸਾਹਮਣੇ ਆਈ, ਔਰ ਉਹ ਕੀ ਸੀਗੀ ਕਿ ਹੁਣ ਇਹਨੂੰ ਕੀ ਪਤਾ ਲੱਗਾ ਜਦੋਂ ਇਹ ਬੈਡਰੂਮ 'ਚ ਬੱਚੇ ਆਏ ਤਾਂ ਮਾਰਗਟ ਨੇ ਉਹਨੂੰ ਕੀ ਦੱਸਿਆ ਕਿ ਮੈਨੂੰ ਹੁਣ ਪਤਾ ਲੱਗਾ ਕਿ ਉਹ ਜਿਹੜਾ ਕਾਲਪ ਨੋਟਿਸ ਸੀਗਾ ਉਹ ਡੈਡੀ ਵਾਸਤੇ ਨਹੀਂ ਸੀ, ਕਿਹਦੇ ਵਾਸਤੇ ਸੀਗਾ, ਮਾਰਗਟ ਵਾਸਤੇ। ਹੂ ਵਾਜ਼ ਅ ਵੈਰੀ ਯੰਗ ਗਰਲ। ਸੋ ਕਾਲਪ ਨੋਟਿਸ ਉਹਨੂੰ ਭੇਜਿਆ ਗਿਆ ਸੀਗਾ ਕਿ ਸਾਹਮਣੇ ਪੇਸ਼ ਹੋਵੋ ਆ ਕੇ। I was more frightened than ever and began to cry. So ਇਹ ਬਹੁਤ ਜ਼ਿਆਦਾ ਡਰ ਗਈ ਔਰ ਰੋਣ ਲੱਗੀ। Margaret is 16. Would they really take girls of that age away alone? So ਬਹੁਤ ਜ਼ਿਆਦਾ ਡਰ ਗਈ ਕਿ ਇੰਨੀ 16 ਸਾਲ ਦੀ ਕੁੜੀ ਨੂੰ ਕਿ ਉਹ ਫੈਮਿਲੀ ਤੋਂ ਅਲੱਗ ਕਰਕੇ ਕਿ ਉਹ ਅਰੈਸਟ ਕਰ ਲੈਣਗੇ। ਸੋ ਸ਼ੀ ਵਾਜ਼ ਵੈਰੀ ਸਕੇਅਰਡ। ਸੋ ਬਟ ਥੈਂਕ ਗੁੱਡਨੈਸ ਸ਼ੀ ਵੋਂਟ ਗੋ। ਪਰ ਫਿਰ ਵੀ ਇੱਕ ਹੌਸਲਾ ਸੀਗਾ ਕਿ ਫੈਮਿਲੀ ਬਿਲਕੁਲ ਉਸ ਕੁੜੀ ਨੂੰ ਉੱਥੇ ਨਹੀਂ ਭੇਜੇਗੀ। ਮੰਮੀ ਸੈਡ ਸੋ ਹਰਸੈਲਫ। ਸੋ ਮਦਰ ਨੇ ਖੁਦ ਉਹਨਾਂ ਨੂੰ ਕਿਹਾ ਸੀਗਾ ਕਿ ਜਿਹੜੀ ਲੜਕੀ ਹੈ ਉਹ ਇਕੱਲੀ ਉੱਥੇ ਨਹੀਂ ਜਾਏਗੀ। ਦੈਟ ਮਸਟ ਬੀ ਵੋਟ ਡੈਡੀ ਮੈਂਟ ਵੈਨ ਹੀ ਟਾਕਡ ਅਬਾਊਟ ਅਸ ਗੋਇੰਗ ਇਨ ਟੂ ਹਾਈਡਿੰਗ। ਸੋ ਉਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਹੋਇਆ ਸੀਗਾ ਕਿ ਜੇ ਕੁਛ ਹੋਇਆ ਤਾਂ ਉਹਨਾਂ ਨੇ ਇੱਕ ਜਗ੍ਹਾ ਡਿਸਾਈਡ ਕੀਤੀ ਹੋਈ ਸੀ ਕਿ ਉੱਥੇ ਛੁਪ ਜਾਣਗੇ। ਇਨ ਟੂ ਹਾਈਡਿੰਗ। ਵੇਅਰ ਵੁੱਡ ਵੀ ਗੋ? ਇਨ ਅ ਟਾਊਨ ਔਰ ਦ ਕੰਟਰੀ, in a house or a cottage, when, how, where. So the children only knew that they were to go into hiding ਕਿ ਉਹਨਾਂ ਨੇ ਛੁਪਣਾ ਹੈ, ਪਰ ਕਿੱਥੇ ਛੁਪਣਾ ਹੈ, ਸ਼ਹਿਰ 'ਚ ਛੁਪਣਾ ਹੈ ਕਿ ਕੰਟਰੀ ਦਾ ਮਤਲਬ ਕੀ ਹੈ, ਪਿੰਡਾਂ ਵਾਲੀ ਸਾਈਡ ਦੇ ਉੱਪਰ, ਅਵੇ ਫਰੋਮ ਦ ਸਿਟੀਜ਼, ਕਿੱਥੇ ਜਾਣਾ ਹੈ ਨਹੀਂ ਪਤਾ। ਇਨ ਅ ਹਾਊਸ ਔਰ ਅ ਕਾਟੇਜ, ਘਰ 'ਚ ਕਿੱਥੇ ਜਾਣਾ ਹੈ। ਸੋ when, how, where. Okay, so kithe chupna hai, this they did not know. So now I make an end here and I will continue with this